प्यारे विद्यार्थियों सत श्री अकाल। मैं सुਖਜਿੰਦਰ ਸਿੰਘ। ਅੱਜ ਮੈਂ ਤੁਹਾਡੇ ਨਾਲ ਸਾਡੇ ਸੰਵਿਧਾਨ ਦੇ ਵਿੱਚ ਭਾਰਤ ਦੇ ਨਾਗਰਿਕਾਂ ਨੂੰ ਜੋ ਮੌਲਿਕ ਅਧਿਕਾਰ ਪ੍ਰਾਪਤ ਹਨ ਉਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ। ਪਿਆਰੇ ਵਿਦਿਆਰਥੀਓ, ਤੁਸੀਂ ਸਾਰੇ ਜਾਣਦੇ ਹੋ, ਆਪਾਂ ਇਸ ਬਾਰੇ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਜਿਹੜਾ ਭਾਰਤੀ ਸੰਵਿਧਾਨ ਆ ਦੁਨੀਆ ਦਾ ਸਭ ਤੋਂ ਵੱਡਾ ਇੱਕ ਲਿਖਤੀ ਸੰਵਿਧਾਨ ਦੁਨੀਆ ਦੇ ਵਿੱਚ। ਭਾਰਤੀ ਸੰਵਿਧਾਨ ਦੇ ਤੀਸਰੇ ਭਾਗ ਵਿੱਚ ਤੁਸੀਂ ਯਾਦ ਰੱਖਣਾ, ਜਦੋਂ ਅਸੀਂ ਮੌਲਿਕ ਅਧਿਕਾਰਾਂ ਦੀ ਗੱਲ ਕਰਨੀ ਆ ਤਾਂ ਭਾਰਤੀ ਸੰਵਿਧਾਨ ਦਾ ਜਿਹੜਾ ਤੀਸਰਾ ਅਧਿਆਇ ਆ, ਕਿਹੜਾ ਅਧਿਆਇ ਆ? ਤੀਸਰਾ ਅਧਿਆਇ। ਤੀਸਰੇ ਅਧਿਆਇ ਦੇ ਵਿੱਚ ਮੌਲਿਕ ਅਧਿਕਾਰਾਂ ਦਾ ਵਰਣਨ ਕੀਤਾ ਗਿਆ ਗਾ। ਜਦੋਂ ਵੀ ਤੁਸੀਂ ਗੱਲ ਕਰਨੀ ਆ ਮੌਲਿਕ ਅਧਿਕਾਰਾਂ ਦੀ ਤਾਂ ਤੁਸੀਂ ਇਹ ਅਧਿਆਇ ਜਾਂ ਭਾਗ 3 ਤੁਸੀਂ ਯਾਦ ਰੱਖਣਾ ਗਾ। ਇਸ ਤੋਂ ਇਲਾਵਾ ਜਿਹੜੇ ਅਨੁਛੇਦ ਨੇਗੇ, ਅਨੁਛੇਦ ਹੈਗੇ ਆ 12 ਤੋਂ ਲੈ ਕੇ 12 ਤੋਂ 35। ਅਨੁਛੇਦ ਰੱਖਣਾ ਜਾਂ ਤੁਸੀਂ 12 ਤੋਂ 35 ਤੱਕ ਸਾਡੇ ਸੰਵਿਧਾਨ ਦੇ ਵਿੱਚ ਜਿਹੜੇ ਅਨੁਛੇਦ ਨੇਗੇ ਉਹ ਜਿਹੜੇ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਸਾਡੇ ਮੌਲਿਕ ਅਧਿਕਾਰ ਦਰਜ ਨੇਗੇ ਉਹਨਾਂ ਬਾਰੇ ਗੱਲਬਾਤ ਕੀਤੀ ਗਈ ਹੈਗੀ। ਇੱਕ ਵਾਰੀ ਫਿਰ ਮੈਂ ਦੱਸਦਾ, ਜਦੋਂ ਵੀ ਤੁਸੀਂ ਮੌਲਿਕ ਅਧਿਕਾਰਾਂ ਬਾਰੇ ਗੱਲਬਾਤ ਕਰਨੀ ਆ ਤਾਂ ਇਹਨਾਂ ਦਾ ਵੇਰਵਾ ਸਾਡੇ ਭਾਰਤੀ ਸੰਵਿਧਾਨ ਵਿੱਚ ਭਾਗ 3 ਤੇ ਆਰਟੀਕਲ ਜਾਂ ਅਨੁਛੇਦ ਕਹਿ ਸਕਦੇ ਹਾਂ ਪੰਜਾਬੀ ਦੇ ਵਿੱਚ 12 ਤੋਂ ਲੈ ਕੇ 35 ਤੱਕ ਇਹਨਾਂ ਦਾ ਜਿਹੜਾ ਸਾਨੂੰ ਵੇਰਵਾ ਸੰਵਿਧਾਨ ਦੇ ਵਿੱਚ ਦਰਜ ਕੀਤਾ ਗਿਆ। ਭਾਗ 3 ਆ, ਇਹਨੂੰ ਅਸੀਂ ਮੈਗਨਾ ਕਾਰਟਾ ਵੀ ਕਹਿੰਦੇ ਹੈਗੇ। ਮੈਗਨਾ ਕਾਰਟਾ, ਇਹ ਮੈਗਨਾ ਕਾਰਟਾ ਦਾ ਸੰਬੰਧ ਜਿਹੜਾ ਇੰਗਲੈਂਡ ਦਾ ਇੱਕ ਰਾਜਾ ਹੋਇਆ ਗਾ। ਸਭ ਤੋਂ ਪਹਿਲੀ ਵਾਰ ਜਦੋਂ ਮੌਲਿਕ ਅਧਿਕਾਰਾਂ ਦੀ ਗੱਲ ਕੀਤੀ ਗਈ ਸੀ ਤਾਂ ਉਹ 1215 ਦੇ ਵਿੱਚ ਇੰਗਲੈਂਡ ਦੇ ਰਾਜੇ ਨੇ ਪਹਿਲੀ ਵਾਰ ਉਸ ਸਮੇਂ ਯਾਨੀ ਕਿ ਨਾਗਰਿਕਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਸੀਗੀ, ਜਿਸ ਕਰਕੇ ਇਹ ਜਿਹੜਾ ਸਾਡਾ ਭਾਗ 3 ਆ ਇਸ ਨੂੰ ਮੈਗਨਾ ਕਾਰਟਾ ਆਫ ਇੰਡੀਆ ਵੀ ਕਿਹਾ ਜਾਂਦਾ ਗਾ। ਮੈਗਨਾ ਕਾਰਟਾ ਆਫ ਇੰਡੀਆ ਵੀ ਕਿਹਾ ਜਾਂਦਾ ਗਾ ਇਸ ਚੀਜ਼ ਨੂੰ, ਯਾਨੀ ਕਿ ਜਿਹੜੇ ਸਾਡੇ ਮੌਲਿਕ ਅਧਿਕਾਰ ਦਰਜ ਨੇਗੇ। ਹੁਣ ਪਿਆਰੇ ਵਿਦਿਆਰਥੀਓ, ਅਸੀਂ ਗੱਲ ਕਰਾਂਗੇ ਅੱਜ ਵੀ ਭਾਰਤੀ ਸੰਵਿਧਾਨ ਵਿੱਚ ਦਿੱਤੇ ਗਏ ਮੌਲਿਕ ਅਧਿਕਾਰਾਂ ਦੀਆਂ ਕੀ ਵਿਸ਼ੇਸ਼ਤਾਵਾਂ ਨੇਗੀਆਂ, ਉਹਨਾਂ ਦੇ ਉੱਤੇ ਅਸੀਂ ਚਰਚਾ ਕਰਾਂਗੇ। ਨਾਲ ਹੀ ਮੈਂ ਤੁਹਾਨੂੰ ਦੱਸਾਂਗਾ ਵੀ ਕਿੰਨੇ ਮੌਲਿਕ ਅਧਿਕਾਰ ਨੇ ਜਿਹੜੇ ਸੰਵਿਧਾਨ ਦੇ ਵਿੱਚ ਦਰਜ ਕੀਤੇ ਗਏ ਸੀ। ਪਿਆਰੇ ਵਿਦਿਆਰਥੀਓ, ਜਦੋਂ ਸਾਡਾ ਸੰਵਿਧਾਨ ਬਣਿਆ ਸੀ, ਜਦੋਂ ਸਾਡਾ ਭਾਰਤੀ ਸੰਵਿਧਾਨ ਬਣਿਆ ਸੀ ਤਾਂ ਉਹਦੇ ਵਿੱਚ ਕਿੰਨੇ ਮੌਲਿਕ ਅਧਿਕਾਰ ਦਿੱਤੇ ਗਏ ਸੀ? ਸਾਨੂੰ 7 ਮੌਲਿਕ ਅਧਿਕਾਰ ਦਿੱਤੇ ਗਏ ਸੀਗੇ। ਕਿਹੜੇ ਕਿਹੜੇ ਮੌਲਿਕ ਅਧਿਕਾਰ ਦਿੱਤੇ ਗਏ ਸੀਗੇ ਸਾਨੂੰ? ਉਹ 7। ਪਹਿਲਾ ਜਿਹੜਾ ਅਧਿਕਾਰ ਹੈਗਾ ਸੀਗਾ ਉਸ ਨੂੰ ਅਸੀਂ ਕਹਿੰਦੇ ਸੀਗੇ ਸਮਾਨਤਾ ਦਾ ਅਧਿਕਾਰ। ਕਿਹੜਾ ਅਧਿਕਾਰ ਸੀ? ਸਮਾਨਤਾ ਦਾ ਅਧਿਕਾਰ ਸੀਗਾ ਪਹਿਲਾ। ਜਿਹੜਾ ਸਮਾਨਤਾ ਦਾ ਅਧਿਕਾਰ ਆ ਉਹ ਅਨੁਛੇਦ 14, 15, 16, 17 ਤੇ 18। 14, 15, 16, 17 ਅਤੇ 18 ਦੇ ਵਿੱਚ ਸਮਾਨਤਾ ਦੇ ਅਧਿਕਾਰ ਆ ਜਿਹੜਾ ਵਿਸਤਾਰ ਨਾਲ ਦਰਜ ਕੀਤਾ ਗਿਆ ਵਾ। ਇਹ ਸਾਡਾ ਪਹਿਲਾ ਜਿਹੜਾ ਸਾਨੂੰ ਅਧਿਕਾਰ ਦਿੱਤਾ ਹੋਇਆ ਸੀਗਾ, ਮੌਲਿਕ ਅਧਿਕਾਰ ਹੈ ਜਿਹੜਾ ਸਾਡੇ ਸੰਵਿਧਾਨ ਦੇ ਵਿੱਚ ਦਰਜ ਹੈ, ਸਮਾਨਤਾ ਦਾ ਅਧਿਕਾਰ ਅਨੁਛੇਦ 14 ਤੋਂ ਲੈ ਕੇ ਅਨੁਛੇਦ 18 ਤੱਕ। ਜੇ ਅਸੀਂ ਦੂਸਰੇ ਅਧਿਕਾਰ ਦੀ ਗੱਲ ਕਰੀਏ ਜਿਹੜਾ ਕਿ ਸਾਡੇ ਸੰਵਿਧਾਨ ਦੇ ਵਿੱਚ ਦਰਜ ਹੈ, ਉਹ ਹੈਗਾ ਸੁਤੰਤਰਤਾ ਦਾ ਅਧਿਕਾਰ। ਦੂਸਰਾ ਕਾਹਦਾ ਹੈਗਾ? ਸੁਤੰਤਰਤਾ ਦਾ ਅਧਿਕਾਰ। ਸੁਤੰਤਰਤਾ ਦਾ ਅਧਿਕਾਰ ਇਹ ਹੈਗਾ ਅਨੁਛੇਦ 19 ਤੋਂ ਲੈ ਕੇ 19, 20, 21, 22, 19 ਤੋਂ ਲੈ ਕੇ 22 ਤੱਕ ਦਰਜ ਹੈ। ਯਾਨੀ ਕਿ ਸੁਤੰਤਰਤਾ ਦਾ ਜਿਹੜਾ ਸਾਡਾ ਅਧਿਕਾਰ ਹੈਗਾ ਉਹ ਅਨੁਛੇਦ 19 ਤੋਂ 22 ਤੱਕ ਸਾਡੇ ਸੰਵਿਧਾਨ ਦੇ ਵਿੱਚ ਦਰਜ ਹੈਗਾ ਗਾ। ਅਨੁਛੇਦ 19 ਤੋਂ ਲੈ ਕੇ ਅਨੁਛੇਦ 22 ਤੱਕ। ਸੁਤੰਤਰਤਾ ਦਾ ਅਧਿਕਾਰ ਤੁਸੀਂ ਯਾਦ ਰੱਖਣਾ, ਯਾਨੀ ਕਿ ਅਨੁਛੇਦ 19 ਤੋਂ ਅਨੁਛੇਦ 22 ਤੱਕ ਸੁਤੰਤਰਤਾ ਦੇ ਅਧਿਕਾਰ ਬਾਰੇ ਗੱਲਬਾਤ ਕੀਤੀ ਗਈ ਹੈ। 19 ਤੋਂ 22 ਤੱਕ ਇਹ ਜ਼ਰੂਰੀ ਤੁਸੀਂ ਯਾਦ ਰੱਖਣਾ ਗਾ। ਜੋ ਤੁਸੀਂ ਵਾਰੀ ਰਿਵਾਈਜ਼ ਕਰੋਗੇ ਤਾਂ ਤੁਹਾਡੇ ਇਹ ਆਸਾਨੀ ਨਾਲ ਯਾਦ ਹੋ ਜਾਣਾ ਗਾ। ਇਸ ਤੋਂ ਬਾਅਦ ਜਿਹੜਾ ਸਾਡਾ ਤੀਸਰਾ ਅਧਿਕਾਰ ਹੈਗਾ ਗਾ, ਸਾਡਾ ਮੌਲਿਕ ਅਧਿਕਾਰ ਹੈਗਾ, ਉਹ ਹੈਗਾ ਸ਼ੋਸ਼ਣ ਵਿਰੁੱਧ ਅਨੁਛੇਦ
ਸ਼ੋਸ਼ਣ ਵਿਰੁੱਧ ਅਧਿਕਾਰ। ਕਾਹਦੇ ਵਿਰੁੱਧ ਆ? ਸ਼ੋਸ਼ਣ ਵਿਰੁੱਧ। ਸ਼ੋਸ਼ਣ ਵਿਰੁੱਧ ਅਧਿਕਾਰ ਆ ਸਾਡਾ ਸ਼ੋਸ਼ਣ ਵਿਰੁੱਧ ਅਧਿਕਾਰ। ਇਹ ਜਿਹੜਾ ਅਧਿਕਾਰ ਆ ਇਹ ਅਨੁਛੇਦ 23 ਤੇ ਅਨੁਛੇਦ 24 ਦੋਨਾਂ ਅਨੁਛੇਦਾਂ ਦੇ ਵਿੱਚ ਇਸ ਅਧਿਕਾਰ ਬਾਰੇ ਵਿਸਤਾਰ ਕੀਤਾ ਗਿਆ। ਇਹ ਅਧਿਕਾਰ ਆ, ਇਸ ਅਧਿਕਾਰ ਅਨੁਸਾਰ ਕਿਸੇ ਵੀ ਤਰ੍ਹਾਂ ਦਾ ਅਨੈਤਿਕ ਵਪਾਰ ਜਾਂ ਬੇਕਾਰ ਮਜ਼ਦੂਰੀ ਦੀ ਨਹੀਂ ਕਰਵਾਈ ਜਾਵੇਗੀ। ਬੱਚਿਆਂ ਤੋਂ ਕਾਰਖਾਨਿਆਂ ਦੇ ਵਿੱਚ ਕੰਮ ਨਹੀਂ ਕਰਵਾਇਆ ਜਾਵੇਗਾ। ਇਹ ਜਿਹੜੇ ਇਹਦੇ ਮੁੱਖ ਚੀਜ਼ਾਂ ਨੇ ਜਿਹੜਾ ਇਹ ਅਧਿਕਾਰ ਦਿੱਤਾ ਗਿਆ ਗਾ, ਸ਼ੋਸ਼ਣ ਵਿਰੁੱਧ ਅਧਿਕਾਰ। ਪਿਆਰੇ ਵਿਦਿਆਰਥੀਓ, ਸਾਡਾ ਜਿਹੜਾ ਸੰਵਿਧਾਨ ਦੇ ਵਿੱਚ ਚੌਥਾ ਅਧਿਕਾਰ ਹੈਗਾ ਗਾ ਉਹ ਹੈਗਾ ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਜਿਹੜਾ ਇਹ ਅਧਿਕਾਰ ਹੈਗਾ ਗਾ, ਇਹ ਅਧਿਕਾਰ ਦਾ ਜਿਹੜਾ ਵਰਣਨ ਆ ਉਹ ਹੈਗਾ ਅਨੁਛੇਦ 25 ਤੋਂ ਅਨੁਛੇਦ 28 ਵਿੱਚ। ਧਾਰਮਿਕ ਸੁਤੰਤਰਤਾ ਦਾ ਜਿਹੜਾ ਅਧਿਕਾਰ ਹੈਗਾ ਉਹ ਸਾਡੇ ਸੰਵਿਧਾਨ ਦੇ ਵਿੱਚ ਉਹਦੇ ਬਾਰੇ ਵਿਸਤਾਰ ਵਿੱਚ ਪੂਰਾ ਉਹਨੂੰ ਦੱਸਿਆ ਗਿਆ ਗਾ। ਸਾਡੇ ਭਾਰਤ ਦੇ ਜਿਹੜੇ ਲੋਕ ਨੇ ਉਹ ਕਿਸੇ ਵੀ ਧਰਮ ਨੂੰ ਮੰਨ ਸਕਦੇ ਨੇ। ਸਰਕਾਰ ਦਾ ਆਪਣਾ ਜਾਣੀ ਸੀ ਇਹ ਕਹਿ ਸਕਦੇ ਹਾਂ ਵੀ ਕੋਈ ਵੀ ਆਪਦਾ ਧਰਮ ਨਹੀਂ। ਕਿਸੇ ਵੀ ਸਰਕਾਰੀ ਸਿੱਖਿਆ ਵਿੱਚ ਸੰਸਥਾਵਾਂ ਵਿੱਚ ਕੋਈ ਵੀ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾਵੇਗੀ। ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਸਾਡੇ ਅਧਿਕਾਰ ਦੇ ਵਿੱਚ ਸ਼ਾਮਲ ਨੇ। ਭਾਰਤ ਦਾ ਨਾਗਰਿਕ ਕਿਸੇ ਵੀ ਧਰਮ ਨੂੰ ਮੰਨ ਸਕਦਾ ਗਾ। ਉਸ ਉੱਤੇ ਕਿਸੇ ਕਿਸਮ ਦਾ ਕੋਈ, ਅਸੀਂ ਇਹ ਕਹਿ ਸਕਦੇ ਹਾਂ ਵੀ ਕੋਈ ਰੋਕ ਟੋਕ ਨਹੀਂ ਹੈਗੀ। ਉਸਦੀ ਆਪਣੀ ਮਨ ਦੀ ਇੱਛਾ ਹੈ। ਤਾਂ ਧਾਰਮਿਕ ਸੁਤੰਤਰਤਾ ਦਾ ਜਿਹੜਾ ਅਧਿਕਾਰ ਆ ਉਹ ਸਾਨੂੰ ਅਨੁਛੇਦ 25 ਤੋਂ 28 ਦੇ ਵਿੱਚ ਮਿਲਿਆ ਹੋਇਆ। ਇਹ ਤੁਸੀਂ ਯਾਦ ਰੱਖਣਾ। ਧਾਰਮਿਕ ਸੁਤੰਤਰਤਾ ਦਾ ਅਧਿਕਾਰ ਅਨੁਛੇਦ 25 ਤੋਂ 28 ਦੇ ਵਿੱਚ ਜਿਹੜਾ ਵਿਸਤਾਰ ਨਾਲ ਵਰਣਨ ਕੀਤਾ ਹੋਇਆ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂਗੇ ਸਾਡੇ ਅਧਿਕਾਰ। ਅਸੀਂ ਪਹੁੰਚ ਗਏ 5 ਨੰਬਰ ਜਿਹੜਾ ਫੰਡਾਮੈਂਟਲ ਸਾਡਾ ਰਾਈਟ ਆ 5 ਨੰਬਰ ਤੇ, ਉਹ ਹੈਗਾ ਸੱਭਿਆਚਾਰ ਅਤੇ ਸਿੱਖਿਆ ਸੰਬੰਧੀ। ਸੱਭਿਆਚਾਰ ਅਤੇ ਸਿੱਖਿਆ ਸੰਬੰਧੀ। ਸੱਭਿਆਚਾਰ ਅਤੇ ਸਿੱਖਿਆ ਸੰਬੰਧੀ ਇਹ ਅਧਿਕਾਰ ਆ ਜਿਹੜਾ ਇਹ ਸਾਡਾ ਅਨੁਛੇਦ 29 ਤੋਂ 29 ਤੇ 30 ਕਹਿ ਸਕਦੇ, 29 ਤੋਂ 30 ਤੱਕ ਇਹਦਾ ਵਰਣਨ ਆ ਜਿਹੜਾ ਕੀਤਾ ਹੋਇਆ ਗਾ। ਇਸ ਅਨੁਸਾਰ ਤੁਹਾਨੂੰ ਪਿਆਰੇ ਵਿਦਿਆਰਥੀ ਪਤਾ ਵੀ ਭਾਰਤ ਵਿੱਚ ਅਨੇਕਾਂ ਹੀ ਧਰਮ ਨੇ, ਅਨੇਕਾਂ ਭਾਸ਼ਾਵਾਂ ਨੇ, ਅਨੇਕਾਂ ਰਸਮੋ ਰਿਵਾਜ ਨੇ, ਯਾਨੀ ਕਿ ਭਿੰਨਤਾ ਵਾਲਾ ਦੇਸ਼ ਆ ਭਾਰਤ। ਤਾਂ ਹਰ ਇੱਕ ਜਿਹੜਾ ਸਮਾਜ ਆ ਉਹ ਚਾਹੁੰਦਾ ਵੀ ਸਾਡੀ ਭਾਸ਼ਾ, ਲਿਪੀ ਤੇ ਸੰਸਕ੍ਰਿਤੀ ਦਾ ਵਿਕਾਸ ਹੋਵੇ। ਤਾਂ ਇਹ ਜਿਹੜਾ ਅਧਿਕਾਰ ਦਿੱਤਾ ਹੋਇਆ ਇਹ ਖਾਸ ਕਰਕੇ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਲਈ ਸਾਡੇ ਸੰਵਿਧਾਨ ਦੇ ਵਿੱਚ ਵਿਸ਼ੇਸ਼ ਤੌਰ ਤੇ ਦਰਜ ਕੀਤਾ ਗਿਆ ਗਾ ਇਹ ਅਧਿਕਾਰ। ਤੇ ਇੱਥੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਭਾਰਤ ਦੇ ਵਿੱਚ ਹਰ ਇੱਕ ਨਾਗਰਿਕ ਨੂੰ, ਚਾਹੇ ਉਹ ਕਿਸੇ ਵੀ ਧਰਮ ਦਾ ਮੰਨਣ ਵਾਲਾ, ਕਿਸੇ ਵੀ ਸੱਭਿਆਚਾਰ ਦਾ ਗਾ, ਉਸ ਨੂੰ ਇੱਥੇ ਜੀਵਨ ਵਿਕਾਸ ਕਰਨ ਦਾ ਪੂਰਾ ਹੱਕ ਆ ਜਿਹੜਾ ਕਿ ਸਾਡੇ ਸੰਵਿਧਾਨ ਨੇ ਸਾਨੂੰ ਦਿੱਤਾ ਹੋਇਆ ਗਾ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂਗੇ ਅਧਿਕਾਰ 6 ਜਿਹੜਾ ਕਿ ਸਾਡੇ ਸੰਵਿਧਾਨ ਦੇ ਵਿੱਚ ਦਰਜ ਕੀਤਾ ਸੀਗੀ। ਅਧਿਕਾਰ 6 ਉਹ ਸਾਡਾ ਅਧਿਕਾਰ ਹੈਗਾ ਸੀਗਾ ਪ੍ਰੋਪਰਟੀ ਦਾ ਅਧਿਕਾਰ। ਪ੍ਰੋਪਰਟੀ ਯਾਨੀ ਕੋਈ ਪ੍ਰੋਪਰਟੀ ਦਾ ਅਧਿਕਾਰ। ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਾਂਗਾ ਵੀ ਇਸ ਅਧਿਕਾਰ ਨੂੰ, ਜਿਹੜਾ ਇਹ ਪ੍ਰੋਪਰਟੀ ਦਾ ਅਧਿਕਾਰ ਸੀਗਾ, ਇਸ ਅਧਿਕਾਰ ਨੂੰ ਸੰਵਿਧਾਨ ਦੇ ਵਿੱਚੋਂ ਹਟਾ ਦਿੱਤਾ ਗਿਆ ਗਾ। ਇਹ ਜਦੋਂ ਸਾਡਾ ਸੰਵਿਧਾਨ ਬਣਿਆ ਸੀਗਾ, ਜਦੋਂ ਸਾਡਾ ਭਾਰਤੀ ਸੰਵਿਧਾਨ ਬਣਿਆ ਸੀ, ਉਸ ਸਮੇਂ ਇਹ ਜਿਹੜਾ ਪ੍ਰੋਪਰਟੀ ਦਾ ਅਧਿਕਾਰ ਸੀ ਇਹ ਸਾਡੇ ਸੰਵਿਧਾਨ ਦੇ ਵਿੱਚ ਦਰਜ ਕੀਤਾ ਗਿਆ ਸੀਗਾ। ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਇਹ ਅਧਿਕਾਰ ਦਰਜ ਕੀਤਾ ਗਿਆ ਸੀਗਾ। ਪਰ
ਇਹ ਜਿਹੜਾ ਰਾਈਟ ਆਫ ਪ੍ਰੋਪਰਟੀ ਸੀ, ਪ੍ਰੋਪਰਟੀ ਦਾ ਅਧਿਕਾਰ ਸੀ ਪਿਆਰੇ ਵਿਦਿਆਰਥੀਓ, ਇਹ ਸਾਡੀ 44ਵੀਂ ਸੰਵਿਧਾਨ ਦੀ ਸੋਧ ਹੋਈ ਸੀ 1978 ਦੇ ਵਿੱਚ। 1978 ਦੇ ਵਿੱਚ ਜਿਹੜੀ ਇਹ 44ਵੀਂ ਸੋਧ ਹੋਈ ਸੀ, ਉਸ ਅਨੁਸਾਰ ਇਸ ਅਧਿਕਾਰ ਨੂੰ ਆ ਜਿਹੜਾ ਫੰਡਾਮੈਂਟਲ ਰਾਈਟ ਦੀ ਕੈਟਾਗਰੀ ਵਿੱਚੋਂ ਹਟਾ ਦਿੱਤਾ ਗਿਆ ਸੀਗਾ। ਇਹ ਤੁਸੀਂ ਯਾਦ ਰੱਖਣਾ। ਹੁਣ ਵਰਤਮਾਨ ਸਮੇਂ ਦੇ ਵਿੱਚ ਜਿਹੜਾ ਇਹ ਅਧਿਕਾਰ ਸੀਗਾ ਪ੍ਰੋਪਰਟੀ ਦਾ, ਉਹਨੂੰ ਇਹ ਖਤਮ ਕਰ ਦਿੱਤਾ ਗਿਆ ਸੀਗਾ। ਇਹ ਜਿਹੜਾ ਸਾਡਾ ਪ੍ਰੋਪਰਟੀ ਦਾ ਅਧਿਕਾਰ ਸੀ, ਇਸ ਨੂੰ ਖਤਮ ਕਰ ਦਿੱਤਾ ਗਿਆ ਸੀਗਾ। ਇਹ ਤੁਸੀਂ ਯਾਦ ਰੱਖਣਾ। ਇਸ ਤੋਂ ਬਾਅਦ ਅਸੀਂ ਅਧਿਕਾਰ ਦੀ ਗੱਲ ਕਰਾਂਗੇ। ਉਹ ਸਾਡੀ ਹੈਗਾ ਗਾ ਅਧਿਕਾਰ ਨੰਬਰ 7, ਜਿਹੜਾ ਕਿ ਇਸ ਟਾਈਮ ਸਾਡਾ 6ਵਾਂ ਅਧਿਕਾਰ ਰਹਿ ਗਿਆ, ਕਿਉਂਕਿ 6ਵਾਂ ਅਧਿਕਾਰ ਆ ਜਿਹੜਾ ਅਸੀਂ ਉਹ ਖਤਮ ਕਰ ਦਿੱਤਾ ਸੀ। ਇਹ ਹੈਗਾ ਸਾਡਾ ਸੰਵਿਧਾਨਿਕ ਉਪਚਾਰਾਂ ਦਾ ਸਿਧਾਂਤ, ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ, ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ। ਇਹ ਅਨੁਛੇਦ 32 ਦੇ ਵਿੱਚ ਇਹਦੇ ਬਾਰੇ ਵਿਸਤਾਰ ਨਾਲ ਦੱਸਿਆ ਗਿਆ। ਅਨੁਛੇਦ 32 ਦੇ ਅਨੁਸਾਰ ਹਰੇਕ ਨਾਗਰਿਕ ਅਤੇ ਮੌਲਿਕ ਅਧਿਕਾਰਾਂ ਦੀ ਪ੍ਰਾਪਤੀ ਅਤੇ ਰੱਖਿਆ ਲਈ ਅਸੀਂ ਉੱਚ ਅਦਾਲਤ ਵਿੱਚ ਜਾ ਸਕਦੇ ਹਾਂ। ਇਹ ਜਿਹੜਾ ਅਧਿਕਾਰ ਆ ਸਾਨੂੰ, ਇਹ ਬਹੁਤ ਅਸੀਂ ਇਹ ਵੀ ਕਹਿ ਸਕਦੇ ਹਾਂ ਵੀ ਦੂਸਰੇ ਅਧਿਕਾਰਾਂ ਦੀ ਰਾਖੀ ਕਰਦਾ। ਜਿਹੜਾ ਇਹ ਸਾਡਾ ਅਧਿਕਾਰ ਆ, ਇਹ ਦੂਸਰੇ ਅਧਿਕਾਰਾਂ ਦੀ ਰਾਖੀ ਕਰਨ ਹਿੱਤ ਸਾਨੂੰ ਇਹ ਦਿੱਤਾ ਗਿਆ। ਜੇਕਰ ਕਿਸੇ ਵੀ ਮੌਲਿਕ ਅਧਿਕਾਰ ਦੇ ਵਿੱਚ ਸਾਡਾ ਕੋਈ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈਗੀ, ਤਾਂ ਅਸੀਂ ਇਸ ਅਧਿਕਾਰ, ਜਿਹੜਾ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਆ, ਉਸ ਅਨੁਸਾਰ ਅਸੀਂ ਸੁਪਰੀਮ ਕੋਰਟ ਵਿੱਚ ਜਾ ਸਕਦੇ ਹਾਂ। ਸਰਵਉੱਚ ਅਦਾਲਤ ਦਾ ਅਸੀਂ ਦਰਵਾਜ਼ਾ ਖੜਕਾ ਸਕਦੇ ਹਾਂ। ਸਰਵਉੱਚ ਅਦਾਲਤ ਦੇ ਵਿੱਚ ਅਸੀਂ ਜਾ ਸਕਦੇ ਹਾਂ। ਜੇਕਰ ਸਾਡੇ ਕਿਸੇ ਵੀ ਰਾਈਟ ਦੀ, ਕਿਸੇ ਵੀ ਅਧਿਕਾਰ ਦੀ ਸਾਡੀ ਉਲੰਘਣਾ ਹੁੰਦੀ ਆ, ਤਾਂ ਸਾਨੂੰ ਇਹ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਆ ਜਿਹੜਾ, ਉਸ ਅਨੁਸਾਰ ਅਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਹਾਂਗੇ। ਉੱਥੇ ਅਸੀਂ ਰਿਟ ਪਾ ਸਕਦੇ ਹਾਂ ਵੀ ਸਾਡੇ ਜਿਹੜੇ ਅਧਿਕਾਰਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਹੋ ਰਹੀ ਆ। ਤਾਂ ਪਿਆਰੇ ਵਿਦਿਆਰਥੀਓ, ਇਹ ਜਿਹੜੇ ਸਾਡੇ ਅਧਿਕਾਰ ਸਾਨੂੰ ਦਿੱਤੇ ਹੋਏ ਨੇ ਸਾਡੇ ਸੰਵਿਧਾਨ ਨੇ, ਇਹ ਸਾਡੇ ਪੂਰੀ ਤਰ੍ਹਾਂ ਸਾਡੇ ਯਾਨੀ ਕਿ ਜਿਹੜੀ ਡਿਵੈਲਪਮੈਂਟ, ਸਰੀਰਕ, ਮਾਨਸਿਕ, ਤੇ ਅਸੀਂ ਇੱਕ ਚੰਗੀ ਆਜ਼ਾਦੀ ਦਾ ਆਨੰਦ ਪ੍ਰਾਪਤ ਕਰ ਸਕੀਏ, ਇਹ ਸਾਡੇ ਅਧਿਕਾਰ ਦਿੱਤੇ ਹੋਏ ਨੇ। ਇਹਨਾਂ ਨੂੰ ਤੁਸੀਂ ਰਿਵਾਈਜ਼ ਕਰਨਾ ਗਾ, ਤਾਂ ਜੋ ਤੁਹਾਡੇ ਇਹ ਜਿਹੜੇ ਅਨੁਛੇਦ ਨੇ, ਵੱਖਰੇ ਵੱਖਰੇ ਸਾਡੇ ਸੰਵਿਧਾਨ ਦੇ ਜਿਹੜੇ ਅਨੁਛੇਦ ਨੇ, ਉਹਨਾਂ ਦੇ ਵਿੱਚ ਵੱਖਰੇ ਵੱਖਰੇ ਸੰਵਿਧਾਨਾਂ ਦਾ ਜਿਹੜਾ ਵਿਸਤਾਰ ਪੂਰਵਕ ਵਰਣਨ ਕੀਤਾ ਹੋਇਆ ਗਾ। ਜਦੋਂ ਤੁਸੀਂ ਇਹਨਾਂ ਨੂੰ ਰਿਵਾਈਜ਼ ਕਰੋਗੇ, ਪੜ੍ਹੋਗੇ, ਤਾਂ ਹੀ ਤੁਹਾਡੇ ਆਸਾਨੀ ਨਾਲ ਇਹ ਯਾਦ ਹੋ ਜਾਣਗੇ। ਤੇ ਤੁਸੀਂ ਇੱਕ ਯਾਦ ਰੱਖਣਾ ਦੁਬਾਰਾ ਫੇਰ, ਸਾਡੇ ਸੰਵਿਧਾਨ ਦੇ ਵਿੱਚ ਭਾਗ 3, ਸਾਡੇ ਸੰਵਿਧਾਨ ਦੇ ਵਿੱਚ ਭਾਗ 3 ਦੇ ਵਿੱਚ ਸਾਡੇ ਜਿਹੜੇ ਅਧਿਕਾਰ ਦਿੱਤੇ ਹੋਏ ਨੇ, ਉਹਨਾਂ ਬਾਰੇ ਵਿਸਥਾਰ ਪੂਰਵਕ ਡਿਟੇਲ ਸਾਡੇ ਸੰਵਿਧਾਨ ਬਾਰੇ ਦਰਜ ਕੀਤੀ ਹੋਈ ਹੈਗੀ। ਇਸ ਤੋਂ ਇਲਾਵਾ ਮੈਂ ਤੁਹਾਡੇ ਨਾਲ ਇੱਕ ਹੋਰ ਖਾਸ ਜਿਹੜੀ ਗੱਲ ਸਾਂਝੀ ਕਰਨੀ ਚਾਹਾਂਗਾ ਸਿੱਖਿਆ ਦੇ ਅਧਿਕਾਰ ਬਾਰੇ। ਪਿਆਰੇ ਵਿਦਿਆਰਥੀਓ, ਮੈਂ ਤੁਹਾਨੂੰ ਇੱਕ ਅਧਿਕਾਰਾਂ ਦੇ ਵਿੱਚ ਇੱਕ ਖਾਸ ਦੱਸਣਾ ਚਾਹੁੰਦਾ। ਸਿੱਖਿਆ ਦਾ ਅਧਿਕਾਰ, ਸਿੱਖਿਆ ਦਾ ਅਧਿਕਾਰ। ਇਹ ਜਿਹੜਾ ਸਿੱਖਿਆ ਦਾ ਅਧਿਕਾਰ ਆ, ਇਹ ਜਦੋਂ ਸਾਡਾ ਸੰਵਿਧਾਨ ਬਣਿਆਗਾ ਉਸ ਸਮੇਂ ਦਰਜ ਨਹੀਂ ਸੀਗਾ। ਇਸ ਨੂੰ ਸਾਲ 2002 ਦੇ ਵਿੱਚ, ਯਾਦ ਰੱਖਣਾ ਤੁਸੀਂ, ਸੋਧ ਕੀਤੀ ਗਈ ਸਾਡੇ ਸੰਵਿਧਾਨ ਦੇ ਵਿੱਚ। 2002 ਦੇ ਵਿੱਚ 86ਵੀਂ ਸੋਧ ਸੀ। ਕਿਹੜੀ ਸੋਧ ਸੀ? 86ਵੀਂ ਸੋਧ ਸੀ। 2002 ਦੇ ਵਿੱਚ 86ਵੀਂ ਸੋਧ ਰਾਹੀਂ ਇਹ ਸਾਡੇ ਸੰਵਿਧਾਨ ਦੇ ਵਿੱਚ ਦਰਜ ਕੀਤਾ ਗਿਆ। 21A, ਆਰਟੀਕਲ 21A, ਆਰਟੀਕਲ 21A ਅਧੀਨ ਸਿੱਖਿਆ ਦੇ ਅਧਿਕਾਰ ਨੂੰ ਦਰਜ ਕੀਤਾ ਗਿਆ, ਜਿਸ ਅਨੁਸਾਰ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ, 6 ਸਾਲ ਤੋਂ ਲੈ ਕੇ 14 ਸਾਲ ਦੀ ਉਮਰ ਦੇ ਸਾਰੇ ਭਾਰਤੀ ਬੱਚਿਆਂ ਨੂੰ ਸਿੱਖਿਆ ਦਾ ਮੌਲਿਕ ਅਧਿਕਾਰ ਦਰਜ ਹੈ। ਇੱਕ ਵਾਰ ਫਿਰ ਮੈਂ ਦੱਸਦਾ ਤੁਹਾਨੂੰ, ਇਹ ਕਦੋਂ ਐਡ ਹੋਇਆ? ਸਾਲ 2002, ਦਸੰਬਰ 2002 ਸੀਗਾ। 86ਵੀਂ ਸੋਧ ਸੀ। ਕਿੰਨੀ ਸੋਧ ਸੀ? 86ਵੀਂ ਸੋਧ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈਗਾ। ਇਹ 21A ਅਧੀਨ ਸਿੱਖਿਆ ਦਾ ਜਿਹੜਾ ਅਧਿਕਾਰ ਆ ਉਹ ਦਰਜ ਕੀਤਾ ਗਿਆ ਗਾ ਸਾਡੇ ਸੰਵਿਧਾਨ ਦੇ ਵਿੱਚ। ਇੱਕ ਵਾਰੀ ਫੇਰ ਮੈਂ ਤੁਹਾਨੂੰ ਦੱਸ ਦਿਆਂ ਕਿ ਸਾਡੇ ਸੰਵਿਧਾਨ ਦੇ ਵਿੱਚ ਜਿਹੜਾ ਪ੍ਰੋਪਰਟੀ ਦਾ ਅਧਿਕਾਰ ਸੀਗਾ, ਭਾਰਤੀ ਸੰਵਿਧਾਨ ਵਿੱਚ ਜਿਹੜਾ ਸੰਪत्ति, ਪੰਜਾਬੀ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਸੰਪत्ति ਦਾ ਅਧਿਕਾਰ ਸੀ, ਉਸ ਨੂੰ ਰਿਮੂਵ ਕੀਤਾ ਗਿਆ, ਹਟਾਇਆ ਗਿਆ। ਸੋਧ ਕੀਤੀ ਗਈ ਸੀ ਸਾਡੇ ਭਾਰਤ ਦੇ ਸੰਵਿਧਾਨ ਦੇ ਵਿੱਚ। ਕਿੰਨੀ ਸੋਧ ਸੀਗੀ? 44ਵੀਂ ਸੋਧ ਸੀ।
ਇਹ ਜਿਹੜੀ ਸੋਧ ਸੀਗੀ 1978 ਦੇ ਵਿੱਚ 1978 ਦੇ ਵਿੱਚ ਕੀਤੀ ਗਈ ਸੀ, ਜਿਸ ਅਨੁਸਾਰ ਇਹ ਜਿਹੜਾ ਸਾਡੇ ਮੁੱਢਲਾ ਅਧਿਕਾਰ ਸੀ ਉਹਨਾਂ ਦੀ ਜਿਹੜੀ ਸੂਚੀ ਆ ਉਹਦੇ ਵਿੱਚੋਂ ਇਹਨੂੰ ਬਾਹਰ ਕਰ ਦਿੱਤਾ ਗਿਆ ਸੀ, ਸੰਪੱਤੀ ਦੇ ਅਧਿਕਾਰ ਨੂੰ। ਇੱਥੇ ਪਿਆਰੇ ਵਿਦਿਆਰਥੀਓ ਇੱਕ ਗੱਲ ਹੋਰ ਤੁਸੀਂ ਯਾਦ ਰੱਖਣੀ ਹੈਗੀ, ਉਹ ਹੈਗੀ ਹੈ ਵੀ ਜਿਹੜੇ ਮੌਲਿਕ ਅਧਿਕਾਰ ਨੇ ਕੁਝ ਕੁ, ਇਹ ਜਿਹੜੇ ਸਾਡੇ ਮੌਲਿਕ ਅਧਿਕਾਰ ਦਰਜ ਨੇ ਇਹ ਸਾਰੇ ਸਾਡੇ ਭਾਰਤੀ ਨਾਗਰਿਕਾਂ ਨੂੰ ਤਾਂ ਹਾਸਲ ਹੈਗੇ ਨੇ, ਪਰ ਇਹਨਾਂ ਅਧਿਕਾਰਾਂ ਵਿੱਚੋਂ ਕੁਝ ਕੁ ਮੌਲਿਕ ਅਧਿਕਾਰ, ਉਹ ਜਿਹੜੇ ਮੌਲਿਕ ਅਧਿਕਾਰ ਨੇ ਉਹ ਵਿਦੇਸ਼ੀਆਂ ਨੂੰ ਵੀ ਪ੍ਰਾਪਤ ਨੇਗੇ। ਕਿਹਨਾਂ ਨੂੰ ਪ੍ਰਾਪਤ ਆ? ਵਿਦੇਸ਼ੀਆਂ ਨੂੰ, ਜਿਹੜੇ ਬਾਹਰ ਤੋਂ ਲੋਕ ਆਉਂਦੇ ਆ ਉਹਨਾਂ ਨੂੰ ਵੀ ਪ੍ਰਾਪਤ ਨੇ। ਉਹ ਕਿਹੜੇ ਕਿਹੜੇ ਆਰਟੀਕਲ ਨੇ ਜਿਨ੍ਹਾਂ ਅਨੁਸਾਰ ਕੁਝ ਕੁ ਅਧਿਕਾਰ ਵਿਦੇਸ਼ੀਆਂ ਨੂੰ ਵੀ ਸ਼ਾਮਲ ਨੇ? ਉਹ ਹੈਗੇ ਨੇ ਅਨੁਛੇਦ 15, ਅਨੁਛੇਦ 16, ਅਨੁਛੇਦ 19 ਤੇ ਅਨੁਛੇਦ 30। ਇਹਨਾਂ ਅਨੁਛੇਦਾਂ ਵਿੱਚ ਜਿਹੜੇ ਅਧਿਕਾਰਾਂ ਬਾਰੇ ਵਰਣਨ ਕੀਤਾ ਹੋਇਆ, ਜਾਣੀ ਕਿ ਜਿਸ ਤਰ੍ਹਾਂ ਕਾਨੂੰਨ ਦੇ ਅੱਗੇ ਸਮਾਨਤਾ, ਠੀਕ ਆ, ਧਰਮ ਦੀ ਸੁਤੰਤਰਤਾ ਜਾਂ ਸ਼ੋਸ਼ਣ ਦੇ ਵਿਰੁੱਧ, ਇਹ ਤੁਸੀਂ ਯਾਦ ਰੱਖਣਾ ਹੈਗਾ। ਧਰਮ ਦੀ ਸੁਤੰਤਰਤਾ, ਸਮਾਨਤਾ, ਕਾਨੂੰਨ ਦੇ ਅੱਗੇ ਸਮਾਨਤਾ ਜਾਂ ਸ਼ੋਸ਼ਣ ਦੇ ਵਿਰੁੱਧ ਜਿਹੜੇ ਅਧਿਕਾਰ ਨੇ ਉਹ ਵਿਦੇਸ਼ੀਆਂ ਨੂੰ ਵੀ ਪ੍ਰਾਪਤ ਨੇ। ਭਾਰਤੀ ਨਾਗਰਿਕਾਂ ਦੇ ਨਾਲ ਨਾਲ ਉਹ ਵਿਦੇਸ਼ੀ ਲੋਕਾਂ ਨੂੰ ਵੀ ਪ੍ਰਾਪਤ ਨੇ। ਇਹ ਤੁਸੀਂ ਯਾਦ ਰੱਖਣਾ। ਇਹ ਸਾਡੇ ਸੰਵਿਧਾਨ ਦੀ ਅਸੀਂ ਇਹ ਕਹਿ ਸਕਦੇ ਹਾਂ ਇੱਕ ਖਾਸ ਵਿਸ਼ੇਸ਼ਤਾ ਗਈ, ਜਿਸ ਕਰਕੇ ਇਹ ਕੁਝ ਕੁ ਜਿਹੜੇ ਮੌਲਿਕ ਅਧਿਕਾਰ ਨੇ ਉਹ ਵਿਦੇਸ਼ੀਆਂ ਨੂੰ ਵੀ ਪ੍ਰਾਪਤ ਨੇ। ਤਾਂ ਪਿਆਰੇ ਵਿਦਿਆਰਥੀਓ, ਇੱਕ ਵਾਰੀ ਫਿਰ ਮੈਂ ਤੁਹਾਨੂੰ ਦੱਸਣ ਲੱਗਿਆ ਕੁਝ ਗੱਲਾਂ ਵੀ ਸਾਡੇ ਜਿਹੜੇ ਮੌਲਿਕ ਅਧਿਕਾਰ ਨੇ ਉਹ ਸਾਡੇ ਅਨੁਛੇਦ 3 ਵਿੱਚ ਦਰਜ ਨੇ, ਭੁੱਲਣਾ ਨਹੀਂ ਤੁਸੀਂ। ਤੇ ਇਹ 12 ਅਨੁਛੇਦ 12 ਤੋਂ ਲੈ ਕੇ 35 ਤੱਕ ਵਿਸਤਾਰਪੂਰਵਕ ਨੇ। ਸ਼ੁਰੂ ਦੇ ਵਿੱਚ ਸਾਨੂੰ 7 ਮੌਲਿਕ ਅਧਿਕਾਰ ਸੀ, ਪਰੰਤੂ ਬਾਅਦ ਦੇ ਵਿੱਚ ਸਾਡਾ ਜਿਹੜਾ ਪ੍ਰਾਪਰਟੀ ਦਾ ਅਧਿਕਾਰ ਸੀ ਉਹਨੂੰ ਰਿਮੂਵ ਕਰ ਦਿੱਤਾ ਸੀ, ਜਿਸ ਕਰਕੇ 6 ਸਾਡੇ ਮੌਲਿਕ ਅਧਿਕਾਰਾਂ ਦੀ ਜਿਹੜੀ ਗਿਣਤੀ ਆ 6 ਰਹਿ ਗਈ ਹੈਗੀ। ਤੇ ਉਮੀਦ ਕਰਦਾ ਵੀ ਤੁਹਾਨੂੰ ਤੁਹਾਡੇ ਲਈ ਲਾਹੇਵੰਦ ਹੋਊਗਾ ਅੱਜ ਦੀ ਜਿਹੜੀ ਆਪਾਂ ਪੜ੍ਹਾਈ ਆਨਲਾਈਨ ਯਤਨ ਕੀਤਾ ਮੈਨੇ, ਤੇ ਉਮੀਦ ਕਰਦਾ ਵੀ ਤੁਸੀਂ ਇਸ ਤੋਂ ਵੱਧ ਫਾਇਦਾ ਉਠਾਓਗੇ ਤੇ ਤੰਦਰੁਸਤ ਹੋਵੋਗੇ ਤੁਸੀਂ। ਤੇ ਜਿਹੜਾ ਸਰਕਾਰ ਵੱਲੋਂ, ਸਿਹਤ ਵਿਭਾਗ ਵੱਲੋਂ ਤੇ ਸਿੱਖਿਆ ਵਿਭਾਗ ਵੱਲੋਂ ਜੋ ਵੀ ਹਦਾਇਤਾਂ ਮਿਲਦੀਆਂ ਨੇ ਉਹਨਾਂ ਦੀ ਪਾਲਣਾ ਲਾਜ਼ਮੀ ਕਰਿਆ ਕਰੋ। ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।